ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ। ਇਹ ਸਾਡੀ ਹੜਤਾਲ ਹੈ ਜੀ, ਜਿਹੜੀ ਇਹ ਮੁੱਖ ਮੰਗਾਂ ਰੱਖਦੇ ਹੋਏ ਸਾਡੀ ਹੜਤਾਲ ਜ਼ਿਆਦਾਤਰ ਤਾਂ ਸਾਡੀ ਤਨਖਾਹ ਨੂੰ ਲੈ ਕੇ ਹੈ ਕਿ ਅਸੀਂ 2016 ਤੋਂ ਇੱਥੇ ਸੇਵਾ ਕੇਂਦਰ ਦੇ ਵਿੱਚ ਕੰਮ ਕਰ ਰਹੇ ਹਾਂ, ਪਰ ਜਿਹੜੀ ਤਨਖਾਹਾਂ ਨੇ ਸਾਡੀਆਂ ਉਹ ਉੱਥੇ ਦੀਆਂ ਉੱਥੇ ਹੀ ਨੇ। ਅਸੀਂ 8 ਤੋਂ 10,000 ਦੇ ਵਿੱਚ ਕੰਮ ਕਰ ਰਹੇ ਹਾਂ। ਅਸੀਂ ਸਾਡਾ ਇੱਕ ਸਮਾਂ ਸਰਕਾਰ ਨੇ, ਹੁਣ ਨਵੀਂ ਸਰਕਾਰ ਸੀ, ਚਲੋ ਸਾਨੂੰ ਐਂ ਸੀ ਵੀ ਕੋਈ ਵਧੀਆ ਚੀਜ਼ ਸਾਡੇ ਲਈ ਲੈ ਕੇ ਆਊਗੀ। ਪਹਿਲਾਂ ਵਾਲੀਆਂ ਸਰਕਾਰਾਂ ਤੋਂ ਸਾਨੂੰ ਕੋਈ ਉਮੀਦ ਨਹੀਂ ਸੀ, ਅਸੀਂ ਵੀ ਵੋਟਾਂ ਪਾਈਆਂ ਸੀ, ਪਰ ਹੁਣ ਸਾਨੂੰ ਵੀ ਨਹੀਂ ਲੱਗਦਾ ਵੀ ਕੋਈ ਸਰਕਾਰਾਂ ਤੋਂ ਵੀ ਬਹੁਤੀਆਂ ਉਮੀਦਾਂ ਰੱਖਣੀਆਂ ਚਾਹੀਦੀਆਂ ਨੇ। ਤਾਂ ਸਾਡੀ ਜੁਆਇਨਿੰਗ ਹੋਈ ਹੈ 2016 ਤੋਂ 8200 ਕਿਤੇ 8800 ਕਿਤੇ 8500 ਉੱਥੇ ਤਨਖਾਹ ਖੜੀ ਗਈ ਸਾਡੀ। ਜਦੋਂ ਦਾ ਤੁਸੀਂ ਜੁਆਇਨ ਕਰਿਆ ਉਨੀ ਉਹ ਤਨਖਾਹ ਕਿ ਕੁਛ ਸਾਲ ਬਾਅਦ ਥੋੜੀ ਬਹੁਤੀ ਵਧਾਉਂਦੇ? ਅਸੀਂ ਕੁਛ ਨਹੀਂ ਵਧਾਉਂਦੇ ਜੀ, ਕੁਛ ਵੀ ਨਹੀਂ। ਅਸੀਂ ਜਿੱਥੇ ਲੱਗੇ ਸੀ ਉੱਥੇ ਹੀ ਆ। ਤਨਖਾਹ ਨੂੰ ਮੁੱਖ ਰੱਖਦੇ ਹੋਏ ਇਹ ਕਲਮ ਛੋੜ ਧਰਨਾ ਜੋ ਹੜਤਾਲ ਅਸੀਂ ਕੀਤੀ ਹੈ, ਤੇ ਅਸੀਂ ਇਹੋ ਮੰਗ ਕਰਦੇ ਹਾਂ ਕਿ ਸਾਡੀ ਸੈਲਰੀ ਦਾ ਜਲਦ ਤੋਂ ਜਲਦ ਕੋਈ ਨਾ ਕੋਈ ਸੋਲਿਊਸ਼ਨ ਕਰਿਆ ਜਾਵੇ, ਕਿਉਂਕਿ ਅੱਜ ਦੇ ਟਾਈਮ ਵਿੱਚ ਸਾਡਾ ਗੁਜ਼ਾਰਾ ਕਰਨਾ ਬਹੁਤ ਔਖਾ ਹੈ। ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਅਮਨਦੀਪ ਸਿੰਘ ਮਾਝਾ। ਪੰਜਾਬ ਦੇ 5 ਜ਼ਿਲ੍ਹਿਆਂ 'ਚ ਅੱਜ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਦੀ ਹੜਤਾਲ ਚੱਲ ਰਹੀ ਆ। ਕਲਮ ਛੋੜ ਹੜਤਾਲ, ਜਾਨੀ ਕਿ ਸੇਵਾ ਕੇਂਦਰ ਦੇ ਮੁਲਾਜ਼ਮ ਆਪਣੇ ਸੇਵਾ ਕੇਂਦਰ ਦੇ ਦਫ਼ਤਰ ਵਿੱਚ ਤਾਂ ਪਹੁੰਚੇ ਨੇ, ਪਰ ਉਹ ਹੜਤਾਲ ਤੇ ਨੇ। ਜਿੰਨਾ ਸਮਾਂ ਉਹਨਾਂ ਦੀ ਡਿਊਟੀ ਚੱਲਦੀ ਆ ਉਹ ਪਹੁੰਚੇ ਨੇ, ਪਰ ਅੱਜ ਕੰਮ ਨਹੀਂ ਕਰਨਗੇ, ਅੱਜ ਕਲਮ ਨਹੀਂ ਚੱਕਣਗੇ। ਜਾਨੀ ਕਿ ਕਲਮ ਛੋੜ ਹੜਤਾਲ ਪੰਜਾਬ ਦੇ 5 ਜ਼ਿਲ੍ਹਿਆਂ 'ਚ। ਉਹ ਜ਼ਿਲ੍ਹੇ ਕਿਹੜੇ ਨੇ? ਸੰਗਰੂਰ, ਪਟਿਆਲਾ, ਫਤਿਹਗੜ੍ਹ ਸਾਹਿਬ, ਬਰਨਾਲਾ ਅਤੇ ਮਲੇਰਕੋਟਲਾ। 5 ਜ਼ਿਲ੍ਹਿਆਂ 'ਚ ਇਹ ਹੜਤਾਲ ਚੱਲ ਰਹੀ ਹੈ। ਸੋ ਸੇਵਾ ਕੇਂਦਰ ਭਵਾਨੀਗੜ੍ਹ 'ਚ ਅਸੀਂ ਮੌਜੂਦ ਹਾਂ, ਜਿੱਥੇ ਮੁਲਾਜ਼ਮ ਹੜਤਾਲ ਤੇ ਨੇ। ਦਫ਼ਤਰ 'ਚ ਤਾਂ ਪਹੁੰਚੇ ਨੇ, ਪਰ ਉਹ ਕਾਲੀਆਂ ਝੰਡੀਆਂ ਲੈ ਕੇ ਅਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਵਿਰੋਧ ਕਰ ਰਹੇ ਨੇ, ਕੰਪਨੀ ਦਾ ਵਿਰੋਧ ਕਰ ਰਹੇ ਨੇ ਕਿ ਸਾਡੀਆਂ ਤਨਖਾਹਾਂ ਘੱਟ ਨੇ, ਸਾਡੀਆਂ ਮੰਗਾਂ ਨਹੀਂ ਪੂਰੀਆਂ ਹੋਈਆਂ। ਗੱਲਬਾਤ ਵੀ ਕਰਾਂਗੇ। ਬਾਈ ਜੀ ਸਾਡੇ ਨਾਲ ਮੌਜੂਦ ਨੇ। ਵੀਰ ਜੀ ਕੀ ਨਾਮ ਆ? ਮਨਪ੍ਰੀਤ ਸਿੰਘ ਹੈ ਜੀ ਮੇਰਾ। ਮਨਪ੍ਰੀਤ ਜੀ ਕੀ ਮੰਗਾਂ ਨੇ? ਅੱਜ ਜਿਹੜੀ ਹੜਤਾਲ ਆ ਇਹ ਕਿਉਂ ਕੀਤੀ ਆ ਤੁਸੀਂ? ਇਹ ਸਾਡੀ ਹੜਤਾਲ ਹੈ ਜੀ, ਜਿਹੜੀ ਇਹ ਮੁੱਖ ਮੰਗਾਂ ਰੱਖਦੇ ਹੋਏ ਸਾਡੀ ਹੜਤਾਲ ਜ਼ਿਆਦਾਤਰ ਤਾਂ ਸਾਡੀ ਤਨਖਾਹ ਨੂੰ ਲੈ ਕੇ ਹੈ ਕਿ ਅਸੀਂ 2016 ਤੋਂ ਇੱਥੇ ਸੇਵਾ ਕੇਂਦਰ ਦੇ ਵਿੱਚ ਕੰਮ ਕਰ ਰਹੇ ਹਾਂ, ਪਰ ਜਿਹੜੀ ਤਨਖਾਹਾਂ ਨੇ ਸਾਡੀਆਂ ਉਹ ਉੱਥੇ ਦੀਆਂ ਉੱਥੇ ਹੀ ਨੇ। ਅਸੀਂ 8 ਤੋਂ 10,000 ਦੇ ਵਿੱਚ ਕੰਮ ਕਰ ਰਹੇ ਹਾਂ। ਠੀਕ ਹੈ। ਤੇ ਸਾਡੀਆਂ ਹੋਰ ਵੀ ਬਹੁਤ ਜ਼ਿਆਦਾ ਮੰਗਾਂ ਨੇ, ਬਟ ਸਾਡੀ ਜਿਹੜੀ ਅੱਜ ਦੀ ਮੁੱਖ ਮੰਗ ਇਹੀ ਹੈ ਵੀ ਸਾਨੂੰ 8 ਤੋਂ 10,000 ਦੇ ਵਿੱਚ ਸਾਡਾ ਗੁਜ਼ਾਰਾ ਨਹੀਂ ਹੁੰਦਾ। ਅਸੀਂ 8 ਤੋਂ 6 ਤੱਕ ਅਣਥੱਕ ਹੋ ਕੇ ਸਾਡਾ ਇੱਕ ਸਮਾਂ ਸਰਕਾਰ ਨੇ, ਹੁਣ ਨਵੀਂ ਸਰਕਾਰ ਸੀ, ਚਲੋ ਸਾਨੂੰ ਐਂ ਸੀ ਵੀ ਕੋਈ ਵਧੀਆ ਚੀਜ਼ ਸਾਡੇ ਲਈ ਲੈ ਕੇ ਆਊਗੀ। ਪਹਿਲਾਂ ਵਾਲੀਆਂ ਸਰਕਾਰਾਂ ਤੋਂ ਸਾਨੂੰ ਕੋਈ ਉਮੀਦ ਨਹੀਂ ਸੀ, ਅਸੀਂ ਵੀ ਵੋਟਾਂ ਪਾਈਆਂ ਸੀ, ਪਰ ਹੁਣ ਸਾਨੂੰ ਵੀ ਨਹੀਂ ਲੱਗਦਾ ਵੀ ਕੋਈ ਸਰਕਾਰਾਂ ਤੋਂ ਵੀ ਬਹੁਤੀਆਂ ਉਮੀਦਾਂ ਰੱਖਣੀਆਂ ਚਾਹੀਦੀਆਂ ਨੇ। ਤੇ ਪਰ ਅੱਜ ਅਸੀਂ ਤਨਖਾਹ ਨੂੰ ਮੁੱਖ ਰੱਖਦੇ ਹੋਏ ਇਹ ਕਲਮ ਛੋੜ ਧਰਨਾ ਜੋ ਹੜਤਾਲ ਅਸੀਂ ਕੀਤੀ ਹੈ, ਤੇ ਅਸੀਂ ਇਹੋ ਮੰਗ ਕਰਦੇ ਹਾਂ ਕਿ ਸਾਡੀ ਸੈਲਰੀ ਦਾ ਜਲਦ ਤੋਂ ਜਲਦ ਕੋਈ ਨਾ ਕੋਈ ਸੋਲਿਊਸ਼ਨ ਕਰਿਆ ਜਾਵੇ, ਕਿਉਂਕਿ ਅੱਜ ਦੇ ਟਾਈਮ ਵਿੱਚ ਸਾਡਾ ਗੁਜ਼ਾਰਾ ਕਰਨਾ ਬਹੁਤ ਔਖਾ ਹੈ। ਬਿਲਕੁਲ। ਤੁਸੀਂ ਕੰਟਰੈਕਟ ਬੇਸ ਤੋਂ ਇੱਕ ਕੰਪਨੀ ਦੇ ਰੱਖੇ ਹੋਏ ਹੋ ਤੁਸੀਂ, ਕਿਉਂਕਿ ਠੇਕੇਦਾਰੀ ਸਿਸਟਮ ਆ। ਉਹ ਜਿਹੜੀ ਕੰਪਨੀ ਨੇ ਰੱਖਿਆ ਹੋਇਆ, ਉਹਨਾਂ ਨਾਲ ਤੁਹਾਡੀ ਗੱਲਬਾਤ ਹੋਈ, ਕੋਈ ਮੀਟਿੰਗ ਹੋਈ? ਸਾਡੀ ਪਰਸੋਂ ਸ਼ਨੀਵਾਰ ਸਾਡੇ ਯੂਨੀਅਨ ਸਾਹਿਬਾਨਾਂ ਦੀ ਮੀਟਿੰਗ ਹੋਈ ਸੀ, ਪਟਿਆਲਾ ਵਿਖੇ ਰੱਖੀ ਗਈ ਸੀ, ਜਿੱਥੇ ਉਹ ਮੌਜੂਦ ਸਨ ਅਤੇ ਕੰਪਨੀ ਦੇ ਕੁਝ ਬੰਦੇ ਆਏ ਸਨ, ਪਰ ਉਹਨਾਂ ਨੇ ਬਿਨਾਂ ਮੀਟਿੰਗ ਕਰੇ ਹੀ ਉੱਥੋਂ ਚਲੇ ਗਏ। ਉਹ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦੀ ਮੀਟਿੰਗ ਨਹੀਂ ਕਰਨੀ। ਤੇ ਅਸੀਂ ਉਸ ਤੋਂ ਬਾਅਦ ਕੱਲ੍ਹ ਸਾਡੀ ਯੂਨੀਅਨ ਨੇ ਫੈਸਲਾ ਲਿਆ ਕਿ ਅਸੀਂ ਸੋਮਵਾਰ ਦੀ ਕਲਮ ਛੋੜ ਅਸੀਂ ਅਲਟੀਮੇਟਮ ਦੀ ਦੇਤਾ ਸੀ, ਤੇ ਅਸੀਂ ਸਾਡੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਜੀ ਨੂੰ ਵੀ ਪਰਸੋਂ ਦੇਤਾ ਸੀ ਅਲਟੀਮੇਟਮ, ਤੇ ਅੱਜ ਅਸੀਂ ਤਹਿਸੀਲਦਾਰ ਸਾਹਿਬ ਨੂੰ ਵੀ ਭਵਾਨੀਗੜ੍ਹ ਮੰਗ ਪੱਤਰ ਦੇ ਕੇ ਆਏ ਇਸ ਚੀਜ਼ ਦਾ। ਤੇ ਸਰਕਾਰ ਵੀ, ਅਸੀਂ ਤਾਂ ਇਹੀ ਕਹਿੰਦੇ ਹਾਂ ਕਿ ਸਰਕਾਰ ਨੂੰ ਇਸ ਚੀਜ਼ 'ਤੇ ਗੌਰ ਕਰਨੀ ਚਾਹੀਦੀ ਹੈ, ਜਿਸ ਨਾਲ ਲੋਕਾਂ ਦੀ ਖੱਜਲ ਖੁਆਰੀ ਹੈ ਜਿਹੜੀ ਉਹ ਘਟੀ ਜਾ ਸਕੇ। ਬਿਲਕੁਲ। ਵੈਸੇ ਜੇ ਕੰਮ ਦੀ ਗੱਲ ਕਰੀਏ, ਕਿੰਨੇ ਕੁ ਕੰਮ ਮਤਲਬ ਸੇਵਾ ਕੇਂਦਰਾਂ 'ਚ ਹੁੰਦੇ ਨੇ? ਸੇਵਾ ਕੇਂਦਰ 'ਚ ਜੀ 379 ਟੋਟਲ ਸਰਵਿਸਿਜ਼ ਨੇ, ਜਿਹ 'ਚੋਂ 145 ਆਫਲਾਈਨ ਤੇ ਬਾਕੀ ਦੀਆਂ ਰਹਿੰਦੀਆਂ ਸਰਵਿਸਾਂ ਆਨਲਾਈਨ ਨੇ। ਤੇ ਅਸੀਂ 8 ਤੋਂ 6 ਸੇਵਾ ਪ੍ਰਦਾਨ ਕਰਦੇ ਹਾਂ, ਜਿਸ ਦੇ ਵਿੱਚ ਹੁਣ ਸਾਡਾ ਐਤਵਾਰ ਵੀ, ਜੋ ਕਿ ਵਰਲਡ ਲੈਵਲ ਤੇ ਇੱਕ ਵੀਕਐਂਡ ਦੇ ਤੌਰ ਤੇ ਹੁੰਦਾ ਹੈ, ਤੇ ਅਸੀਂ ਉਸ ਦਿਨ ਵੀ ਇੱਕ ਤਰ੍ਹਾਂ ਦੇ ਮਾਨਸਿਕ ਤੌਰ ਤੇ ਸ਼ਿਕਾਰ ਹੋ ਰਹੇ ਹਾਂ, ਪਰ ਸਾਡਾ ਕੋਈ ਮਤਲਬ ਕਿ ਕੋਈ ਸਾਡੀ ਸੁਣ ਨਹੀਂ ਰਿਹਾ, ਨਾ ਕੋਈ ਪ੍ਰਾਈਵੇਟ ਬੰਦਾ ਨਾ ਕੋਈ ਸਰਕਾਰੀ। ਬਿਲਕੁਲ। ਜਾਣੀ ਕਿ ਹਫ਼ਤੇ ਦੇ 7 ਦਿਨ ਵਰਕ ਤੇ ਹੁਣ ਤੁਸੀਂ? ਹਾਂਜੀ। ਸਾਡੇ ਅੱਧੇ ਮੁਲਾਜ਼ਮ ਮੀਨਸ ਕਿ ਜਿਹੜੇ ਸ਼ਿਫਟ ਵਾਈਜ਼ ਕਰ ਦਿੱਤਾ ਹੈ, ਉਹਦੇ ਨਾਲ ਇਹ ਵੀ ਸਾਨੂੰ ਤਕਲੀਫ ਆ ਰਹੀ ਹੈ ਕਿ ਸਾਡੇ ਕੁਝ ਬੰਦੇ ਕਹਿੰਦੇ ਆ ਮੈਂ ਸ਼ਨੀਵਾਰ ਨਹੀਂ ਆਉਣਾ, ਕੋਈ ਕਹਿੰਦਾ ਮੈਂ ਐਤਵਾਰ ਨਹੀਂ ਆਉਣਾ, ਤੇ ਉਸ ਦੇ ਨਾਲ ਸਾਡੀ ਵੀ ਉਰੇ ਮਤਲਬ ਕਿ ਇੱਕ ਪਰਿਵਾਰਕ ਮਾਹੌਲ ਸੀ ਜਿਹੜਾ ਉਹ ਖਰਾਬ ਹੁੰਦਾ ਜਾ ਰਿਹਾ ਹੈ।
ਇਹ ਸਰਕਾਰ ਨੂੰ ਇਹ ਕੁਝ ਗੱਲਾਂ ਤੇ ਧਿਆਨ ਦੇਣਾ ਚਾਹੀਦਾ ਕਿ ਅਸੀਂ ਇਹ ਸਿਸਟਮ ਨੂੰ ਵਧੀਆ ਕਰਨਾ ਸੀ, ਨਾ ਕਿ ਇਸ ਨੂੰ ਖਰਾਬ ਕਰਨਾ ਸੀਗਾ। ਜਦੋਂ ਦਾ ਤੁਸੀਂ ਜੁਆਇਨ ਕਰਿਆ ਉਨੀ ਉਹ ਤਨਖਾਹ ਕਿ ਕੁਝ ਸਾਲ ਬਾਅਦ ਥੋੜੀ ਬਹੁਤੀ ਵਧਾਉਂਦੇ ਨੇ? ਅਸੀਂ ਕੁਝ ਨਹੀਂ ਵਧਾਉਂਦੇ ਜੀ, ਕੁਝ ਵੀ ਨਹੀਂ। ਅਸੀਂ ਜਿੱਥੇ ਲੱਗੇ ਸੀ ਉੱਥੇ ਹੀ ਆ, ਤੇ ਜਿਹੜੀਆਂ ਫੀਸਾਂ ਸੀ ਮਤਲਬ ਕਿ ਜਿਹੜੀ ਕੋਈ ਨਿਸ਼ਾਨਦੇਹੀ 120-25 ਰੁਪਏ ਵਿੱਚ 2016 ਦੇ ਵਿੱਚ ਕੱਟੀ ਜਾਂਦੀ ਸੀ, ਉਹ ਅੱਜ ਦੇ ਟਾਈਮ ਦੇ ਵਿੱਚ 5365 ਰੁਪਏ ਦੀ ਕੱਟੀ ਜਾ ਰਹੀ ਹੈ। ਠੀਕ ਹੈ, ਯਾਨੀ ਕਿ ਫੀਸਾਂ 'ਚ ਵਾਧਾ ਹੋ ਗਿਆ। ਜੀ ਹਾਂਜੀ, ਬਹੁਤ ਜ਼ਿਆਦਾ ਵਾਧਾ ਜੀ, ਬਹੁਤ ਮੋਟਾ ਵਾਧਾ ਹੋਇਆ। ਤੇ ਅਸੀਂ ਉੱਥੇ ਹੀ ਆ, 2-3 ਹਜ਼ਾਰ ਦਾ ਤਾਂ ਸਾਡਾ ਕੋਈ 10 ਕਿਲੋਮੀਟਰ ਤੋਂ ਆਉਂਦਾ, ਕੋਈ 20 ਕਿਲੋਮੀਟਰ ਤੋਂ ਆਉਂਦਾ, ਸਾਡਾ ਖਰਚਾ ਹੋ ਜਾਂਦਾ ਹੈ ਤੇ ਸਾਡੇ ਪੱਲੇ ਕੁਝ ਨਹੀਂ ਪੈਂਦਾ। ਯਾਨੀ ਕਿ ਕੰਮ ਬਹੁਤ ਜ਼ਿਆਦਾ। ਹਾਂਜੀ ਹਾਂਜੀ, ਕੰਮ ਅਸੀਂ ਬਹੁਤ ਜ਼ਿਆਦਾ ਕਰਦੇ ਹਾਂ ਕਿਉਂਕਿ ਪਬਲਿਕ ਡੀਲਿੰਗ ਹੈ, ਪਬਲਿਕ ਹਰਾਸਮੈਂਟ ਬਹੁਤ ਹੈ। ਅਸੀਂ ਇਲੈਕਟ੍ਰੋਨਿਕ ਡਿਵਾਈਸਿਸ ਦੇ ਮੂਹਰੇ ਅਸੀਂ ਕੰਮ ਕਰਦੇ ਹਾਂ, ਜਿਸ ਨਾਲ ਸਾਡੇ ਅੱਖਾਂ ਦੀ ਮਾਨਸਿਕ ਤੌਰ ਤੇ ਵੀ ਅਸੀਂ ਰੋਗੀ ਹੋ ਰਹੇ ਹਾਂ ਇਸ ਚੀਜ਼ ਦੇ। ਚਲੋ ਯੰਗ ਜਨਰੇਸ਼ਨ ਹੈ, ਸਾਨੂੰ ਨਹੀਂ ਇਸ ਚੀਜ਼ ਦਾ ਹਜੇ ਪਤਾ ਲੱਗਦਾ ਕੋਈ ਇਦਾਂ ਦਾ, ਬਟ ਅਸੀਂ ਬਹੁਤ ਮਜਬੂਰ ਹੋ ਕੇ ਅੱਜ ਹੜਤਾਲ ਕਰੀ ਆ। ਬਹੁਤ ਲੰਮੇ ਸਮੇਂ ਤੋਂ ਬਾਅਦ ਅਸੀਂ ਇਹ ਸਟੈਪ ਚੁੱਕਿਆ ਤੇ ਅਸੀਂ ਇਸ ਚੀਜ਼ ਨੂੰ ਅੱਗੇ ਤੱਕ ਲੈ ਕੇ ਜਾਵਾਂਗੇ ਤੇ ਇਸ ਨੂੰ ਹੋਰ ਵੀ ਤੇਜ਼ ਕਰਾਂਗੇ। ਬਿਲਕੁਲ ਬਿਲਕੁਲ ਬਾਈ ਜੀ, ਕਿਵੇਂ ਦੇਖਦੇ ਹੋ ਕੰਪਨੀ ਨਾਲ ਪਹਿਲਾਂ ਵੀ ਮੀਟਿੰਗਾਂ ਤੁਸੀਂ ਕਹਿ ਰਹੇ ਹੋ ਕਿ ਹੋਈਆਂ ਨੇ, ਮੈਨੇਜਰ ਨਾਲ ਗੱਲਬਾਤ ਹੋਈ ਆ, ਕੋਈ ਤੁਹਾਡਾ ਕੋਈ ਮਸਲਾ ਹੱਲ ਨਹੀਂ ਕੀਤਾ? ਮੰਨ ਲਓ ਹੁਣ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਹੈਗੇ ਸਾਡੀ ਜੀ। ਅਸੀਂ ਕਿਹਾ ਵੀ ਸਾਨੂੰ ਥੋੜੀ ਤਨਖਾਹ ਦਾ ਹੱਲ ਕੀਤਾ ਜਾਵੇ, ਉਹ ਗੱਲ ਨਹੀਂ ਸੁਣ ਰਹੇ ਸਾਡੇ ਨਾਲ। ਅਸੀਂ ਪਹਿਲਾਂ ਹੜਤਾਲ ਵੀ ਇੱਕ ਉੱਪਰ ਦੀ ਹੋ ਗਈ, ਜਦੋਂ ਪਾਣੀ ਉੱਪਰ ਦੀ ਲੰਘ ਗਿਆ ਫਿਰ ਹੜਤਾਲ ਕਰੀ ਅਸੀਂ ਮਜਬੂਰ ਹੋ ਕੇ ਜੀ। ਨਹੀਂ ਅਸੀਂ 5 ਸਾਲ ਹੋ ਗਏ ਸਾਨੂੰ ਕੋਈ ਹੜਤਾਲ ਨਹੀਂ ਕਰੀ, ਕਿਸੇ ਵੀ ਸਟ੍ਰਾਈਕ ਨਹੀਂ, ਇੱਕ ਦਿਨ ਵੀ ਬੰਦ ਕਰਿਆ। ਜਦੋਂ ਵੀ ਸਾਡੇ ਖਰਚੇ ਨਹੀਂ ਪੂਰੇ ਹੋ ਰਹੇ, 8000 ਨਾਲ ਬਣਦਾ ਵੀ ਗਿਆ, ਤੇਲ ਦਿਨੋਂ ਦਿਨ ਵੱਧ ਰਿਹਾ ਜੀ, ਫੀਸਾਂ ਦਿਨੋਂ ਦਿਨ ਕੰਪਨੀ ਵਧਾਈ ਜਾਂਦੀ, ਸਾਡੀ ਤਨਖਾਹ ਕਰ ਵੀ ਸੋਚਿਆ ਜਾਵੇ ਨਾ ਜੀ। ਹਾਂਜੀ, ਯਾਨੀ ਕਿ ਸਟਾਰਟਿੰਗ ਤੁਸੀਂ ਦੱਸ ਰਹੇ ਨੇ ਬਾਈ ਜੀ ਵੀ ਉਦੋਂ ਤੋਂ ਹੀ 16 ਤੋਂ ਸਾਡੀ ਜੁਆਇਨਿੰਗ ਹੋਈ ਹੈ, 2016 ਤੋਂ 8200 ਗਈ, 8800 ਗਈ, 8500 ਉੱਥੇ ਹੀ ਤਨਖਾਹ ਖੜੀ ਗਈ ਸਾਡੀ। ਠੀਕ ਹੈ। ਹਾਂਜੀ ਨਹੀਂ ਬਾਕੀ ਜਿਵੇਂ ਤੁਸੀਂ ਪਹਿਲਾਂ ਕਿਹਾ ਮੀਟਿੰਗਾਂ ਹੋਈਆਂ ਨੇ, ਤੁਸੀਂ ਪਹਿਲਾਂ ਜਦੋਂ ਜੁਆਇਨ ਕੀਤਾ ਉਦੋਂ ਕੋਈ ਗੱਲਬਾਤ ਸਾਹਮਣੇ ਆਈ ਸੀ ਵੀ ਸਾਲ ਦਾ 10% ਵਧੂਗਾ ਜਾਂ 2 ਸਾਲ ਦਾ ਕੋਈ ਗੱਲਬਾਤ? ਕੁਛ ਨਹੀਂ ਇਹੋ ਜਿਹਾ ਕੁਛ ਸਾਨੂੰ, ਬਲਕਿ ਲੀਵ ਪਾਲਿਸੀ ਦਿੱਤੀ ਜਾ ਰਹੀ ਵੀ ਸਾਨੂੰ ਛੁੱਟੀ ਕੀ ਹੈ, ਛੁੱਟੀਆਂ ਲੀਵ ਪਾਲਿਸੀ ਦੇ 2-3 ਮਹੀਨੇ ਹੋ ਗਏ ਅਸੀਂ ਕਹਿ ਰਹੇ ਵੀ ਸਾਨੂੰ ਲੀਵ ਪਾਲਿਸੀ ਦਿੱਤੀ ਜਾਵੇ, ਉਹ ਨਹੀਂ ਦੇ ਰਹੀ ਕੰਪਨੀ ਜੀ। ਹਾਂਜੀ, ਹੁਣ ਇਹ ਫਿਰ ਹੜਤਾਲ ਅੱਜ ਦੀ ਆ ਜਾਂ ਕਦੋਂ ਦਾ ਤੁਹਾਡਾ? ਇੱਕ ਦਿਨ ਦਾ ਅਲਟੀਮੇਟ ਦਿੱਤਾ ਜੀ ਉਹਨੂੰ, ਕੰਪਨੀ ਵੀ ਸਾਡੀ ਗੱਲ ਨਾਲ ਸੁਣੀ ਗਈ, ਅਸੀਂ ਅੱਗੇ ਨੈਕਸਟ ਵੀਕ ਵੀ ਕੋਈ ਵੱਡਾ ਸਟੈਪ ਚੱਕਾਂਗੇ ਜੀ। ਹਾਂਜੀ, ਹੁਣ ਵੈਸੇ ਕੱਲ ਨੂੰ ਤਾਂ ਤੁਸੀਂ ਦਫ਼ਤਰ 'ਚ ਕੰਮ ਕਰੋ? ਵਰਕਿੰਗ ਕਰਾਂਗੇ ਜੀ, ਵਰਕਿੰਗ ਕਰਾਂਗੇ, ਬਾਕੀ ਦੇਖੋ ਯੂਨੀਅਨ ਦਾ ਕੀ ਫੈਸਲਾ ਹੁੰਦਾ ਜੀ। ਹਾਂਜੀ ਬਿਲਕੁਲ। ਅੱਛਾ, 5 ਜ਼ਿਲ੍ਹਿਆਂ ਦਾ ਇਹ ਸਿਸਟਮ? 5 ਜ਼ਿਲ੍ਹਿਆਂ ਦਾ ਇਕੱਠ ਹੈ ਜੀ ਅੱਜ। ਹਾਂਜੀ ਠੀਕ ਹੈ। ਹਾਂਜੀ ਬਾਈ ਜੀ, ਕਿਵੇਂ ਦੇਖਦੇ ਹੋ ਅੱਜ ਮਜਬੂਰਨ ਇਹ ਕੰਮ ਕਰਨਾ ਪਿਆ, ਹੜਤਾਲ ਕਰਨੀ ਪਈ ਵੀ ਕਿਤੇ ਨਾ ਕਿਤੇ ਗੱਲ ਹੀ ਨਹੀਂ ਸੁਣੀਗੀ ਤੁਹਾਡੀ? ਹਾਂਜੀ ਸਰ, ਤਾਂ ਹੀ ਮਜਬੂਰੀ 'ਚ ਆ ਕੇ ਅਸੀਂ ਸਟੈਪ ਚੱਕੇ ਜੀ, ਕਿਉਂਕਿ ਆਪਾਂ ਸਰਕਾਰ ਨੇ ਕੰਪਨੀ ਨੂੰ ਪਹਿਲਾਂ ਅਲਟੀਮੇਟਮ ਦਿੱਤਾ 2 ਦਿਨ ਪਹਿਲਾਂ ਵੀ ਸਾਡੇ ਨਾਲ ਕੋਈ ਮੀਟਿੰਗ ਕਰਕੇ ਸਾਡੇ ਮੰਗਾਂ ਦਾ ਹੱਲ ਕੀਤਾ ਜਾਵੇ, ਪਰ ਕੰਪਨੀ ਜਿਵੇਂ ਦੱਸਿਆ ਬਾਈ ਨੇ ਪਟਿਆਲੇ ਆਏ ਸੀਗੇ, ਪਰ ਬਿਨਾਂ ਮੀਟਿੰਗ ਕਰੇ ਚਲੇ ਗਏ, ਫੋਨ 'ਤੇ ਹੀ ਕਹਿਤਾ ਵੀ ਤੁਸੀਂ ਆਪਦਾ ਉੱਧਰ ਵਾਜੋ, ਅਸੀਂ ਜਾ ਰਹੇ ਹਾਂ। ਉਹਦੇ ਕਰਕੇ ਸਾਨੂੰ ਅੱਜ 1 ਦਿਨ ਦੀ ਹੜਤਾਲ ਰੱਖੀ ਹੈ ਕੰਪਨੀ ਨਾਲ, ਤੇ ਸ਼ਾਇਦ ਕੰਪਨੀ ਦੇ ਹੁਣ ਵੀ ਆਏ ਹੋਏ ਨੇ, ਯੂਨੀਅਨ ਦੇ ਮੈਂਬਰ ਸੰਗਰੂਰ ਗਏ ਹੋਏ ਨੇ, ਦੇਖੋ ਕੀ ਬਣਦਾ ਕੀ। ਠੀਕ ਹੈ। ਹਾਂ ਬਿਲਕੁਲ ਬਾਈ ਜੀ, ਵੈਸੇ ਅੱਜ ਤੁਸੀਂ ਹੜਤਾਲ ਕਰੀ ਹੈ, ਵੈਸੇ ਸੇਵਾ ਕੇਂਦਰ ਕਈ ਵਾਰੀ ਨਿਊਜ਼ 'ਚ ਰਹਿੰਦੇ ਨੇ, ਖਬਰਾਂ 'ਚ ਰਹਿੰਦੇ ਨੇ ਕਿ ਉੱਥੇ ਕੰਮ ਨਹੀਂ ਕਰਦੇ ਜੀ, ਮੁਲਾਜ਼ਮ ਸਹੀ ਨਹੀਂ ਕਰਦੇ, ਲਾਈਨਾਂ ਲੱਗ ਜਾਂਦੇ ਨੇ, ਉਰੇ ਬਹੁਤ ਲਾਈਨਾਂ ਦੇਖਦੇ ਆ। ਕਈ ਵਾਰੀ ਆਪਾਂ ਭਵਾਨੀਗੜ੍ਹ ਏਰੀਆ ਦੀ ਗੱਲ ਕਰੀਏ ਕਿ ਇਕੱਠ ਹੁੰਦਾ ਕਿ ਖੱਜਲ ਖੁਆਰੀ ਬਹੁਤ ਹੁੰਦੀ ਹੈ, ਉਹ ਖੱਜਲ ਖੁਆਰੀ ਦਾ ਕੀ ਕਾਰਨ ਰਹਿੰਦਾ? ਇਹ ਖੱਜਲ ਖੁਆਰੀ ਦਾ ਵੀ ਮੁੱਖ ਕਾਰਨ ਹੁਣ ਇਹੀ ਸਰਕਾਰਾਂ ਜਾਂ ਕੰਪਨੀਆਂ ਮੰਨ ਲਓ ਜੀ। ਪਹਿਲਾਂ ਆਪਣੇ ਤਹਿਸੀਲ ਭਵਾਨੀਗੜ੍ਹ ਦੀ ਗੱਲ ਕਰਦੇ ਆ ਤਾਂ ਉਰੇ 13 ਸੇਵਾ ਕੇਂਦਰ ਹੁੰਦੇ ਸੀ, ਜਦ ਕਿ ਅੱਜ ਦੇ ਟਾਈਮ ਦੇ ਵਿੱਚ ਸਿਰਫ 3 ਸੇਵਾ ਕੇਂਦਰ ਹੀ ਵਰਕਿੰਗ ਨੇ ਉਰੇ, ਤੇ ਉਸ ਦੇ ਨਾਲ ਬਹੁਤ ਵੱਡਾ ਇੰਪੈਕਟ ਪਿਆ। ਕਿੱਥੇ ਤਾਂ 13 ਸੇਵਾ ਕੇਂਦਰਾਂ ਨੇ ਕੰਮ ਕਰਨਾ ਸੀ, ਕਿੱਥੇ 3, ਪਲੱਸ ਉਦੋਂ ਜਦ ਇਹ ਸ਼ੁਰੂ ਹੋਈ ਸੀ ਉਦੋਂ ਬਹੁਤ ਘੱਟ ਸਰਵਿਸਾਂ ਸੀ, ਤੇ ਹੁਣ ਵਧਾ ਕੇ ਇਹਨਾਂ ਨੇ 380 ਸਰਵਿਸਾਂ ਕਰ ਦਿੱਤੀਆਂ, ਜਿਸ ਨਾਲ ਬਹੁਤ ਵੱਡਾ ਧੱਕਾ ਪੈ ਰਿਹਾ ਲੋਕਾਂ ਨੂੰ। ਇਹ ਇਹਨਾਂ ਨੂੰ ਵੀ ਸੋਚਣਾ ਚਾਹੀਦਾ, ਜੇ ਅਸੀਂ ਆਨਲਾਈਨ ਕੋਈ ਸਰਵਿਸ ਸੇਵਾ ਕੇਂਦਰ ਦੇ ਥਰੂ ਕਰਦੇ ਹਾਂ ਤਾਂ ਉਹਨਾਂ ਦੀ ਗਿਣਤੀ ਵੀ ਵਧਾਈ ਜਾਵੇ ਤਾਂ ਕਿ ਲੋਕ ਖੱਜਲ ਖੁਆਰ ਨਾ ਹੋਣ। ਬਿਲਕੁਲ, ਯਾਨੀ ਕਿ ਤੁਸੀਂ ਕਹਿਣਾ ਚਾਹੁੰਦੇ ਜੇ 379 ਸੇਵਾਵਾਂ ਤੁਸੀਂ ਦਿੰਦੇ ਹੋ ਤਾਂ ਸਾਰੇ ਸੇਵਾ ਕੇਂਦਰ ਜੇ ਚੱਲਣ ਤਾਂ ਸੈਟਿੰਗ ਸੈੱਟ ਆਵੇ। ਇਹ ਚੱਲਦੀਆਂ ਨੇ ਜੀ, ਪਰ ਸੇਵਾ ਕੇਂਦਰਾਂ ਦੀ ਗਿਣਤੀ ਵੀ ਵਧਾਉਣੀ ਚਾਹੀਦੀ ਹੈ ਇਹਨਾਂ ਨੂੰ। ਤੇ ਸਰਵਿਸਾਂ ਮੈਂ ਕਹਿੰਦਾ ਵੀ ਚਲੋ ਆਨਲਾਈਨ ਸਾਡੇ ਕੋਲ ਆਉਂਦੀਆਂ ਨੇ ਤਾਂ ਉਹਨਾਂ ਨੂੰ ਕਿਸੇ ਸਹੀ ਢੰਗ ਤਰੀਕੇ ਨਾਲ ਕਰਨਾ ਚਾਹੀਦਾ। ਬਹੁਤ ਸਕੀਮਾਂ ਵਿੱਚ ਇਹੋ ਜਿਹੀਆਂ ਨੇ ਜਿਨ੍ਹਾਂ ਦਾ ਕੋਈ ਕਿ ਹੁੰਦਾ ਨਹੀਂ, ਪਰ ਲੋਕ ਉਸ ਚੀਜ਼ ਦੇ ਪਿੱਛੇ ਪੁੱਛਣ ਲਈ ਹੀ ਰਸ਼ ਕਰ ਲੈਂਦੇ ਨੇ, ਜਿਸ ਨਾਲ ਆਮ ਜਨਤਾ ਨੂੰ, ਦੂਜੇ ਲੋਕਾਂ ਨੂੰ ਕੰਮ ਕਰਾਉਣ ਦੇ ਵਿੱਚ ਬਹੁਤ ਤੰਗੀ ਆਉਂਦੀ ਹੈ। ਠੀਕ ਹੈ। ਵੈਸੇ ਤੁਸੀਂ ਇਹ ਮਸਲੇ ਤੇ ਸਰਕਾਰ ਨਾਲ ਕਦੀ ਗੱਲਬਾਤ ਕੀਤੀ ਹੋਵੇ, ਕੋਈ ਨੋਟਿਸ ਭੇਜਿਆ ਹੋਵੇ ਜਾਂ ਕੋਈ ਐਪਲੀਕੇਸ਼ਨ ਉਹਨਾਂ ਨੂੰ ਦਿੱਤੀ ਹੋਵੇ? ਅਸੀਂ ਜਦ ਨਵੀਂ ਸਰਕਾਰ ਬਣੀ ਸੀ ਤਾਂ ਅਸੀਂ ਸਾਰੇ ਇਹਨਾਂ ਦੇ MLA ਸਾਹਿਬਾਨਾਂ ਤੇ ਮੰਤਰੀਆਂ ਨੂੰ ਸਾਡੇ ਮੰਗ ਪੱਤਰ ਦਿੱਤੇ ਹੋਏ ਨੇ ਜੀ। ਸਾਨੂੰ ਬਹੁਤ ਉਮੀਦ ਸੀ ਇਹ ਸਰਕਾਰ ਤੋਂ, ਨਵੀਂ ਤੋਂ, ਕਿ ਇਹ ਸਾਡਾ ਕੋਈ ਨਾ ਕੋਈ ਚਲੋ ਹੱਲ ਕਰਨਗੀਆਂ ਤੇ ਚਲੋ ਬੈਟਰ ਕਰਨਗੀਆਂ, ਹਰੇਕ ਨੂੰ ਬੈਟਰ ਭਵਿੱਖ ਲਈ ਅਸੀਂ ਇਹਨਾਂ ਨੂੰ ਚੁਣਿਆ ਸੀਗਾ। ਤੇ ਅਸੀਂ ਸਿਰਫ ਮੰਗਾ ਜਾਇਜ਼ ਹੀ ਰੱਖਦੇ ਹਾਂ। ਅਸੀਂ 8000 ਤੇ ਤਨਖਾਹ ਤੇ ਕੰਮ ਕਰ ਰਹੇ ਹਾਂ, ਕੋਈ ਅਸੀਂ 50000 ਤਾਂ ਇਹਨਾਂ ਤੋਂ ਮੰਗ ਨਹੀਂ ਰਹੇ। ਸਾਨੂੰ ਇੰਨਾ ਹੀ ਆ ਵੀ ਸਾਡੀ ਮੰਗ ਬਣਦੀ ਤਨਖਾਹ ਸਾਨੂੰ ਪੇਏਬਲ ਦਿੱਤੀ ਜਾਵੇ। ਠੀਕ ਹੈ। ਹਾਂਜੀ, ਹੁਣ ਅਗਲੀ ਪਲੈਨਿੰਗ ਕੀ ਹੋਊਗੀ? ਅਗਲੀ ਪਲੈਨਿੰਗ ਜੀ ਸਾਡੀ ਯੂਨੀਅਨ ਦੱਸੇਗੀ, ਜਿਵੇਂ ਉਹਨਾਂ ਦਾ ਫੈਸਲਾ ਹੋਊਗਾ ਉਵੇਂ ਅਸੀਂ ਉਹਨਾਂ ਦੇ ਨਾਲ ਹੀ ਆ, ਤੇ ਜਿਵੇਂ ਵੀ ਹੋਊਗਾ ਅਸੀਂ ਇਸ ਚੀਜ਼ ਤੇ ਪੂਰੇ ਉਤਰਾਂਗੇ। ਫਿਲਹਾਲ ਅੱਜ ਦੀ ਹੜਤਾਲ?
ਹਾਂਜੀ, ਇਹ ਸਿਰਫ ਅੱਜ ਲਈ ਹੈ, ਕੱਲ ਤੋਂ ਅਸੀਂ ਫਿਰ ਵਰਕਿੰਗ। ਬਿਲਕੁਲ ਜੀ। ਸੋ ਪੰਜਾਬ ਦੇ 5 ਜ਼ਿਲ੍ਹਿਆਂ 'ਚ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਨੇ ਅੱਜ ਹੜਤਾਲ ਕੀਤੀ ਆ, ਕਲਮ ਛੋੜ ਹੜਤਾਲ, ਜਾਣੀ ਕਿ ਦਫ਼ਤਰਾਂ ਦੇ ਵਿੱਚ ਆਏ ਨੇ ਪਰ ਕੰਮ ਨਹੀਂ ਕੀਤਾ। ਰੋਸ ਕਰ ਰਹੇ ਨੇ ਕਿ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ, ਸਾਡੀਆਂ ਘੱਟ ਤਨਖਾਹਾਂ ਨੇ, ਜਦੋਂ ਦੀ ਅਸੀਂ ਜੁਆਇਨ ਕੀਤਾ ਉਦੋਂ ਦੀਆਂ ਉਨੀਆਂ ਹੀ ਤਨਖਾਹਾਂ ਨੇ, ਕੋਈ ਸਾਲ ਬਾਅਦ ਕੋਈ ਪਰਸੈਂਟੇਜ ਲਾ ਲਓ, ਕੁਝ ਨਹੀਂ ਵਧਾਇਆ ਗਿਆ, ਜਿਸ ਕਾਰਨ ਰੋਸ 'ਚ ਨੇ ਅਤੇ ਕਹਿ ਰਹੇ ਨੇ ਕਿ ਹੁਣ ਤਾਂ ਸਾਨੂੰ ਪੂਰਾ ਹਫ਼ਤਾ ਕੰਮ ਕਰਨਾ ਪੈ ਰਿਹਾ। ਕਿਉਂਕਿ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਉਸ ਤੋਂ ਬਾਅਦ ਕਿਹਾ ਗਿਆ ਕਿ ਸੇਵਾ ਕੇਂਦਰਾਂ 'ਚ ਖੱਜਲ ਖੁਆਰੀ ਬਹੁਤ ਜ਼ਿਆਦਾ ਹੁੰਦੀ ਆ, ਇਲਾਕੇ ਦੇ ਸੇਵਾ ਕੇਂਦਰਾਂ 'ਚ ਪੂਰੇ ਵੱਡੇ ਇਕੱਠ ਹੁੰਦੇ ਨੇ। ਉਸ ਤੋਂ ਬਾਅਦ ਸੇਵਾ ਕੇਂਦਰਾਂ ਨੂੰ ਤੇ ਹੁਕਮ ਵੀ ਲਾਏ ਗਏ ਕਿ ਸੇਵਾ ਕੇਂਦਰ ਦੇ ਮੁਲਾਜ਼ਮ ਜਾਣੀ ਕਿ ਸ਼ਨੀਵਾਰ ਤੇ ਐਤਵਾਰ ਨੂੰ ਵੀ ਕੰਮ ਕਰਨ, ਹਫ਼ਤੇ ਦੇ ਪੂਰੇ 7 ਦਿਨ ਕੰਮ ਕਰਨ। ਪਰ ਉਸ ਤੋਂ ਬਾਅਦ ਸੇਵਾ ਕੇਂਦਰਾਂ ਦੇ ਜੋ ਮੁਲਾਜ਼ਮ ਨੇ ਉਹ ਕਹਿ ਰਹੇ ਨੇ ਕਿ ਸਾਡੀਆਂ ਤਨਖਾਹਾਂ ਬਹੁਤ ਘੱਟ ਨੇ, ਉਹ ਵਧਾਈਆਂ ਜਾਣ। ਇਸ ਲਈ ਇਹਨਾਂ ਨੇ ਕਲਮ ਛੋੜ ਹੜਤਾਲ 1 ਦਿਨ ਦੀ ਕੀਤੀ ਅਤੇ ਕਹਿ ਰਹੇ ਨੇ ਜੇ ਕੰਪਨੀਆਂ ਨੇ ਸਾਡੇ ਵੱਲ ਧਿਆਨ ਨਾ ਦਿੱਤਾ ਆਉਣ ਵਾਲੇ ਸਮੇਂ 'ਚ ਸਾਡੀ ਯੂਨੀਅਨ ਹੋਰ ਵੀ ਵੱਡੇ ਪ੍ਰਦਰਸ਼ਨ ਕਰ ਸਕਦੀ ਹੈ। ਕੈਮਰਾਮੈਨ ਭੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ, ਪੰਜਾਬੀ ਲੋਕ ਚੈਨਲ।